हाँ जी, अज का जोड़ा अपना टॉपिक है वो है एक्सरसाइज 3.2 दे विच जिहदे च असीं जिहड़ियां रेखी समीकरणां ने यानी कि लीनियर इक्वेशनस ने उन्हां नूं असीं ग्राफ नाल सॉल्व करना सिखांगे। सो देखते हैं पहला क्वेश्चन जिहड़ा हैगा। सो फॉर्म द पेयर ऑफ लीनियर इक्वेशनस इन द फॉलोइंग प्रॉब्लम्स एंड सॉल्व दैम ग्राफिकली। पंजाबी च असीं इहनूं पढ़ांगे कि हेठ लिखियां समस्यावां दे लई रेखी समीकरणां बनाओ ਅਤੇ ਇਹਨਾਂ ਨੂੰ ਗ੍ਰਾਫ ਵਿਧੀ ਨਾਲ ਹੱਲ ਕਰੋ। ਪਹਿਲਾ ਸਵਾਲ ਹੈ ਇਹਦੇ ਚ 10 students of class 10 took part in a quiz. If the number of girls is 4 more than the number of boys, find the number of boys and girls. ਹਾਂਜੀ, ਪੰਜਾਬੀ ਚ ਅਸੀਂ ਪੜਾਂਗੇ ਕਿ 10ਵੀਂ ਜਮਾਤ ਦੇ 10 ਵਿਦਿਆਰਥੀਆਂ ਨੇ ਇੱਕ ਮੁਕਾਬਲੇ ਦੇ ਵਿੱਚ ਭਾਗ ਲਿਆ। ਉਹਦੇ ਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ 4 ਵੱਧ ਹੈ, ਤਾਂ ਲੜਕੇ ਤੇ ਲੜਕੀਆਂ ਦੀ ਗਿਣਤੀ ਪਤਾ ਕਰੋ। ਸੋ ਸਭ ਤੋਂ ਪਹਿਲਾਂ ਅਸੀਂ ਮੰਨ ਲਾਂਗੇ ਕਿ ਜਿਹੜੀਆਂ ਗਰਲਸ ਯਾਨੀ ਕਿ ਲੜਕੀਆਂ ਦੀ ਗਿਣਤੀ ਆ ਉਹ x ਹੈ, ਬॉयਜ਼ ਯਾਨੀ ਕਿ ਮੁੰਡਿਆਂ ਦੀ ਗਿਣਤੀ ਜਿਹੜੀ ਹੈ ਉਹ y ਹੈ। ਅਕੋਰਡਿੰਗ ਟੂ ਦਾ ਕੁਐਸਚਨ, ਪ੍ਰਸ਼ਨ ਦੇ ਅਨੁਸਾਰ ਦੋਨਾਂ ਦੀ ਕੁੱਲ ਗਿਣਤੀ ਕਿੰਨੀ ਹੈ 10, ਕਿਉਂਕਿ ਉਹਨਾਂ ਨੇ ਕਿਹਾ ਸੀ 10 ਵਿਦਿਆਰਥੀ ਨੇ ਜਿਨ੍ਹਾਂ ਨੇ ਭਾਗ ਲਿਆ, ਤਾਂ ਲੜਕੀਆਂ ਤੇ ਪਲੱਸ ਲੜਕਿਆਂ ਦੀ ਗਿਣਤੀ ਕਿੰਨੀ ਹੈ 10। ਤੇ ਲੜਕੀਆਂ ਦੀ ਜਿਹੜੀ ਗਿਣਤੀ ਹੈ ਉਹ ਲੜਕਿਆਂ ਨਾਲੋਂ ਕਿੰਨੀ ਜ਼ਿਆਦਾ ਹੈ 4 ਜ਼ਿਆਦਾ ਹੈ। ਇਹਦਾ ਮਤਲਬ ਦੋਨਾਂ ਦੀ ਗਿਣਤੀ ਦੇ ਵਿੱਚ ਅੰਤਰ ਯਾਨੀ ਕਿ ਡਿਫਰੈਂਸ ਕਿੰਨਾ ਹੈ 4 ਦਾ ਹੈ। ਸੋ ਇਹ ਸਾਡੀਆਂ ਦੋ ਸਮੀਕਰਨਾਂ ਯਾਨੀ ਕਿ ਇਕੁਏਸ਼ਨਸ ਬਣ ਗਈਆਂ। ਹੁਣ ਅਸੀਂ ਇਹਨਾਂ ਨੂੰ ਗ੍ਰਾਫਿਕਲੀ ਸੋਲਵ ਕਰਨਾ ਹੈਗਾ। ਸੋ ਪਹਿਲਾਂ ਅਸੀਂ ਪਹਿਲੀ ਇਕੁਏਸ਼ਨ ਨੂੰ ਸੋਲਵ ਕਰ ਦਿਆਂਗੇ। ਸੋ ਅਸੀਂ ਕਰਨਾ ਕੀ ਹੈ, ਪਹਿਲਾਂ ਅਸੀਂ x ਨੂੰ 0 ਪੁੱਟ ਕਰਾਂਗੇ ਇੱਥੇ। ਜਦੋਂ x 0 ਪੁੱਟ ਕਰਾਂਗੇ ਤਾਂ y ਦੀ ਵੈਲਿਊ ਕਿੰਨੀ ਆ ਜਾਏਗੀ 10। ਨੈਕਸਟ ਟਾਈਮ ਅਸੀਂ ਕੀ ਕਰਾਂਗੇ, y ਨੂੰ 0 ਪੁੱਟ ਕਰਾਂਗੇ, ਤੇ ਜਦੋਂ ਅਸੀਂ ਇੱਥੇ y 0 ਪੁੱਟ ਕਰਾਂਗੇ ਤਾਂ ਫਿਰ x ਦੀ ਵੈਲਿਊ ਕਿੰਨੀ ਆ ਜਾਏਗੀ 10 ਯਾਨੀ ਕਿ 10। ਤਾਂ ਸਾਨੂੰ ਦੋ ਵੈਲਿਊਜ਼ ਚਾਹੀਦੀਆਂ ਹੁੰਦੀਆਂ ਨੇ ਗ੍ਰਾਫ ਦੇ ਉੱਤੇ ਇੱਕ ਸਟ੍ਰੇਟ ਲਾਈਨ ਬਣਾਉਣ ਵਾਸਤੇ, ਮਿਨੀਮਮ ਦੋ ਵੈਲਿਊਜ਼। ਤਾਂ x ਤੇ y ਅਸੀਂ ਵੈਲਿਊ ਬਣਾ ਕੇ ਟੇਬਲ 'ਚ ਲਿਖਾਂਗੇ। ਜਦੋਂ x ਦੀ ਵੈਲਿਊ 0 ਹੈ ਤਾਂ y ਕਿੰਨਾ 10, ਜਦੋਂ x ਦੀ ਵੈਲਿਊ 10 ਹੈ ਤਾਂ y ਉਦੋਂ 0 ਹੈ। ਦੂਸਰੀ ਸਾਡੀ ਇਕੁਏਸ਼ਨ ਯਾਨੀ ਕਿ ਸਮੀਕਰਨ ਸੀਗੀ x - y = 4। ਤਾਂ ਇਹਦੇ 'ਚ ਵੀ ਸੇਮ ਅਸੀਂ ਕਰਾਂਗੇ। ਇਫ x = ਜੇ x 0 ਹੋਵੇ ਤਾਂ ਇੱਥੇ 0 ਭਰਾਂਗੇ। ਦੇਖੋ 0 ਭਰੇ ਤੇ y ਕਿੰਨਾ ਆ ਜਾਊਗਾ -4। ਫਿਰ ਜਦੋਂ ਅਸੀਂ y ਨੂੰ 0 ਭਰਾਂਗੇ ਅਗਲੀ ਵਾਰੀ ਇਸ ਇਕੁਏਸ਼ਨ ਇਸ ਸਮੀਕਰਨ ਦੇ ਵਿੱਚ, ਤਾਂ ਸਾਡਾ x ਕਿੰਨਾ ਆ ਜਾਊਗਾ 4। ਤਾਂ ਇਹ ਸਾਡਾ ਟੇਬਲ ਬਣ ਜਾਊਗਾ ਜਿਵੇਂ ਅਸੀਂ ਪਹਿਲਾਂ ਬਣਾਇਆ ਸੀ ਕਿ ਜੇ x ਦੀ ਵੈਲਿਊ 0 ਹੈ ਤਾਂ y ਕਿੰਨਾ ਹੈ -4 ਹੈ, ਜੇ y ਦੀ ਵੈਲਿਊ 0 ਹੈ ਤਾਂ x ਕਿੰਨਾ ਹੈ 4 ਹੈ। ਤਾਂ ਹੁਣ ਅਸੀਂ ਦੇਖਦੇ ਹਾਂ ਦਾ ਗ੍ਰਾਫ ਕਿਸ ਤਰ੍ਹਾਂ ਦਾ ਬਣੂਗਾ। ਤਾਂ ਇਹ ਉਹਦਾ ਗ੍ਰਾਫ ਹੈ ਇਕੁਏਸ਼ਨ ਦਾ। ਇਹਦੇ 'ਚ ਅਸੀਂ x ਐਕਸਿਸ x ਧੁਰਾ, y ਐਕਸਿਸ y ਧੁਰਾ ਲੈ ਕੇ ਅਸੀਂ ਇਸ ਨੂੰ ਬਣਾਉਂਦੇ ਹਾਂ। ਸੋ ਪਹਿਲਾ ਸਾਡਾ ਪੁਆਇੰਟ ਜਿਹੜਾ ਸੀਗਾ ਜੇ ਅਸੀਂ ਦੇਖੀਏ ਉਹ ਸੀਗਾ x 0 y 10 ਯਾਨੀ ਕਿ y ਧੁਰੇ ਦੇ ਉੱਤੇ y ਐਕਸਿਸ ਦੇ ਉੱਤੇ ਆਊਗਾ ਇਹ ਪੁਆਇੰਟ, ਕਿਉਂਕਿ x 0 ਹੈ। ਦੇਖੋ x 0 y 10। ਦੂਸਰਾ ਸਾਡਾ ਪੁਆਇੰਟ ਸੀਗਾ x 10 ਹੈ y 0 ਹੈ, ਇਹ x ਐਕਸਿਸ ਦੇ ਉੱਤੇ ਆਊਗਾ। ਦੇਖੋ ਇਹ x ਐਕਸਿਸ ਦੇ ਉੱਤੇ ਆ ਗਿਆ, x 10 ਹੈ y 0 ਹੈ, ਇਸ ਕਰਕੇ x ਐਕਸਿਸ ਤੇ ਆ ਗਿਆ। ਦੋਨਾਂ ਨੂੰ ਮਿਲਾ ਕੇ ਅਸੀਂ ਇਸ ਤਰ੍ਹਾਂ ਦੇਖੋ ਇੱਕ ਲਾਈਨ ਜਿਹੜੀ ਹੈ ਖਿੱਚਤੀ, ਸਟ੍ਰੇਟ ਲਾਈਨ। ਠੀਕ, ਨਾਲ ਇਹਦਾ ਇਕੁਏਸ਼ਨ ਦਾ ਨਾਮ ਲਿਖਤਾ ਵੀ ਇਹ ਲਾਈਨ ਕਿਹੜੀ ਇਕੁਏਸ਼ਨ ਦੀ ਹੈ, ਪਹਿਲੀ ਦੀ x + y = 10। ਦੂਸਰੀ ਜਿਹੜੀ ਸਾਡੀ ਇਕੁਏਸ਼ਨ ਸੀਗੀ x - y = 4, ਉਹਦੇ 'ਚ ਵੈਲਿਊ ਸੀਗੀਆਂ x 0 y -4। ਤਾਂ x 0 ਹੈ ਤਾਂ ਫਿਰ ਇਹ y ਐਕਸਿਸ ਦੇ ਉੱਤੇ ਆਏਗਾ y -4। ਤੇ ਦੂਸਰੀ ਸਾਡੀ ਵੈਲਿਊ ਸੀਗੀ x 4 ਤੇ y 0, ਤਾਂ ਇਹ x ਐਕਸਿਸ ਦੇ ਉੱਤੇ ਆਏਗਾ। ਦੇਖੋ x 4 ਹੈ y 0 ਹੈ। ਤਾਂ ਹੁਣ ਅਸੀਂ ਇਹਨਾਂ ਦੋ ਪੁਆਇੰਟਸ ਨੂੰ ਵੀ ਮਿਲਾਉਂਦੀ ਹੋਈ ਲਾਈਨ ਖਿੱਚਦੀ ਦੇਖੋ ਇਸ ਤਰ੍ਹਾਂ। ਤੇ ਇਸ ਲਾਈਨ ਦੀ ਇਕੁਏਸ਼ਨ ਜਿਹੜੀ ਸੀਗੀ ਉਹਦਾ ਨਾਮ ਕੀ ਸੀਗਾ, x - y = 4। ਜਿੱਥੇ ਜਿਸ ਪੁਆਇੰਟ ਤੇ ਇਹ ਦੋਨੋਂ ਗ੍ਰਾਫ ਦੋਨੋਂ ਲਾਈਨਸ ਕੱਟਦੀਆਂ ਨੇ ਉਸ ਪੁਆਇੰਟ ਦੇ ਅਸੀਂ
ਜਿਹੜੇ ਨਿਰਦੇਸ਼ਾਂਕ ਨੇ ਯਾਨੀ ਕਿ ਕੋਆਰਡੀਨੇਟਸ ਨੇ ਉਹ ਅਸੀਂ ਦੇਖਾਂਗੇ। ਤਾਂ ਅਸੀਂ ਦੇਖੀਏ ਇਸ ਪੁਆਇੰਟ ਦੇ ਸਾਹਮਣੇ x ਐਕਸਿਸ ਦੇ ਉੱਤੇ ਕਿੰਨਾ ਹੈ 7, ਤਾਂ ਫਿਰ x ਦੀ ਵੈਲਿਊ ਕਿੰਨੀ ਹੈ 7, ਤੇ ਇਸ ਪੁਆਇੰਟ ਦੇ ਸਾਹਮਣੇ y ਦੇ ਉੱਤੇ ਕਿੰਨੀ ਵੈਲਿਊ ਹੈ 3, y ਧੁਰੇ ਤੇ, ਤਾਂ ਇਹਦਾ ਮਤਲਬ y ਦੀ ਵੈਲਿਊ ਕਿੰਨੀ ਹੈ 3। ਤਾਂ ਜਿੱਥੇ ਵੀ ਇਹ ਦੋਨੋਂ ਲਾਈਨਾਂ ਕੱਟਣਗੀਆਂ ਉਹੀ ਇਹਨਾਂ ਇਕੁਏਸ਼ਨਸ ਦਾ ਕੀ ਹੋਊਗਾ ਸੋਲੂਸ਼ਨ ਹੋਊਗਾ, ਹੱਲ ਹੋਊਗਾ। ਅਗਰ ਸਾਡੇ ਕੋਲੇ ਦੇਖੋ ਵੈਲਿਊ ਆ ਗਈ x ਕਿੰਨਾ ਆ ਗਿਆ 7 ਆ ਗਿਆ, y ਕਿੰਨਾ ਆ ਗਿਆ 3 ਆ ਗਿਆ, ਤਾਂ ਫਿਰ ਮੁੰਡਿਆਂ ਦੀ ਗਿਣਤੀ ਘੱਟ ਸੀਗੀ ਤਾਂ ਮੁੰਡੇ 3 ਨੇ, ਕੁੜੀਆਂ ਕਿੰਨੀਆਂ ਨੇ 7। ਤਾਂ ਤੁਸੀਂ ਹੁਣ ਜੋੜ ਕੇ ਵੀ ਦੇਖ ਲਓ ਟੋਟਲ 10 ਨੇ ਤੇ ਇਹ ਇਹਦੇ ਨਾਲੋਂ 4 ਵੱਧ ਨੇ। ਸੋ ਇਹ ਹੈ ਸਾਡਾ ਪਹਿਲਾ ਸਵਾਲ। ਹਾਂਜੀ, ਦੂਸਰਾ ਸੀਗਾ 5 pencils and 7 pens together cost ₹50 whereas 7 pencils and 5 pens cost ₹46। find the cost of 1 pencil and 1 pen। ਪੰਜਾਬੀ ਚ ਅਸੀਂ ਪੜਾਂਗੇ ਕਿ 5 ਪੈਨਸਲਾਂ ਤੇ 7 ਕਲਮਾਂ ਦਾ ਮੁੱਲ ₹50 ਹੈ, ਜਦੋਂ ਕਿ 7 ਪੈਨਸਲਾਂ ਤੇ 5 ਕਲਮਾਂ ਦਾ ਮੁੱਲ ₹46 ਹੈ। ਇੱਕ ਪੈਨਸਲ ਤੇ ਇੱਕ ਪੈਨ ਦਾ ਮੁੱਲ ਪਤਾ ਕਰੋ। ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਲੜਕੇ ਤੇ ਲੜਕੀਆਂ ਦੀ ਗਿਣਤੀ ਮੰਨੀ ਸੀ, ਅਸੀਂ ਮੰਨ ਲਾਂਗੇ ਕਿ ਜਿਹੜੀ ਇੱਕ ਪੈਨਸਲ ਦੀ ਕੀਮਤ ਹੈ ਉਹ ਕਿੰਨੀ ਹੈ x ਰੁਪਏ ਹੈ, ਤੇ ਇੱਕ ਪੈਨ ਦੀ ਕੀਮਤ ਹੈ ਜਿਹੜੀ ਉਹ y ਰੁਪਏ ਹੈ। ਠੀਕ ਹੈ, ਤਾਂ ਦੇਖੋ ਇੱਕ ਪੈਨਸਲ ਦੀ ਕੀਮਤ ਕਿੰਨੀ ਹੈ x ਰੁਪਏ, 5 ਦੀ ਕਿੰਨੀ ਹੋਊਗੀ 5x। ਇੱਕ ਪੈਨ ਦੀ ਵੈਲਿਊ ਕੀਮਤ ਕਿੰਨੀ ਹੈ y ਰੁਪਏ, ਤਾਂ 7 ਪੈਨਾਂ ਦੀ ਕਿੰਨੀ ਹੋਊਗੀ 7 ਗੁਣਾ y। ਠੀਕ ਹੈ, ਜਿੰਨੀ ਗਿਣਤੀ ਹੁੰਦੀ ਹੈ ਉਹਨੇ ਨਾਲ ਅਸੀਂ ਗੁਣਾ ਕਰ ਦਿੰਦੇ ਹਾਂ। ਹੁਣ ਦੇਖੋ 5 ਪੈਨਸਲਾਂ ਹੋ ਗਈਆਂ ਤੇ 7 ਪੈਨ ਹੋ ਗਏ, ਇਹਨਾਂ ਦੀ ਟੋਟਲ ਕੀਮਤ ਕਿੰਨੀ ਕਹੀ ਸੀ ਉਹਨਾਂ ਨੇ ₹50। ਦੂਜੀ ਵਾਰੀ ਉਹਨਾਂ ਨੇ ਕਿਹਾ ਸੀ 7 ਪੈਨਸਲਾਂ ਲੈ ਲਓ, ਤਾਂ 7 ਪੈਨਸਲਾਂ ਤੇ 5 ਪੈਨ ਹੋ ਗਏ, ਇਹਨਾਂ ਦੀ ਵੈਲਿਊ ਕਿੰਨੀ ਕਹੀ ਸੀ ਟੋਟਲ ਉਹਨਾਂ ਨੇ ₹46। ਤਾਂ ਦੋ ਇਕੁਏਸ਼ਨਸ ਬਣ ਗਈਆਂ, ਤਾਂ ਇਹਨਾਂ ਨੂੰ ਵੀ ਅਸੀਂ ਉਵੇਂ ਹੀ ਸੋਲਵ ਕਰਾਂਗੇ। ਤਾਂ ਦੇਖੋ ਪਹਿਲਾਂ ਅਸੀਂ ਪਹਿਲੀ ਇਕੁਏਸ਼ਨ ਲੈਣੇ ਆਗੇ 5x + 7y = 50। ਤਾਂ y ਨੂੰ ਅਸੀਂ 0 ਪੁੱਟ ਕਰ ਲਿਆ। ਜਦੋਂ y ਨੂੰ ਅਸੀਂ 0 ਪੁੱਟ ਕਰਿਆ ਤਾਂ ਦੇਖੋ ਆ 7 ਨੂੰ y ਨਾਲ ਮਲਟੀਪਲਾਈ ਕਰਾਂਗੇ, 0 ਨਾਲ ਮਲਟੀਪਲਾਈ ਕਰਾਂਗੇ, ਗੁਣਾ ਕਰਾਂਗੇ ਤਾਂ ਕਿੰਨਾ ਆ ਜਾਊਗਾ 0। ਤਾਂ ਕਿੰਨਾ ਰਹਿ ਜਾਊਗਾ 5x ਬਚ ਗਿਆ ਇਕੱਲਾ, 5x = 50। x ਕਿੰਨਾ ਆ ਗਿਆ 50/5 = 10। ਉਸ ਤੋਂ ਬਾਅਦ ਸਾਡੇ ਕੋਲੇ ਹੈ x ਦੀ ਵੈਲਿਊ ਅਸੀਂ ਮੰਨ ਲਈ 3। ਦੇਖੋ ਵੈਲਿਊ ਅਸੀਂ ਕੋਈ ਵੀ ਲੈ ਸਕਦੇ ਹਾਂ, ਤੁਹਾਨੂੰ ਮੈਂ ਦੱਸਾਂ, ਕਿਉਂਕਿ ਸਾਨੂੰ ਘੱਟੋ ਘੱਟ 2 ਪੁਆਇੰਟ ਚਾਹੀਦੇ ਹੁੰਦੇ ਨੇ ਕਿ ਗ੍ਰਾਫ ਬਣਾਉਣ ਵਾਸਤੇ। ਵੈਲਿਊ ਅਸੀਂ ਕਿਸੇ ਇਕੁਏਸ਼ਨ ਨੂੰ ਸੋਲਵ ਕਰਦੇ ਹੋਏ ਕੋਈ ਵੀ ਲੈ ਸਕਦੇ, ਪਰ ਅਸੀਂ ਨਾਲ ਦੀ ਨਾਲ ਇਹ ਵੀ ਧਿਆਨ ਰੱਖਣਾ ਹੁੰਦਾ ਹੈ ਕਿ ਸਾਡੀ ਜਿਹੜੀ ਉਹ ਵੈਲਿਊ ਹੈ ਉਹ ਬਟਿਆਂ ਦੇ ਵਿੱਚ ਨਾ ਰਹਿ ਜਾਵੇ ਇਕੱਲੀ। ਠੀਕ ਹੈ, ਉਹ ਪੂਰਾ ਨੰਬਰ ਆ ਜਾਵੇ ਜਾਂ ਫਿਰ ਕੋਈ ਇਹੋ ਜਿਹਾ ਡੈਸੀਮਲ 'ਚ ਆ ਜਾਵੇ ਨੰਬਰ ਜਿਹਨੂੰ ਅਸੀਂ ਗ੍ਰਾਫ ਤੇ ਦਿਖਾ ਵੀ ਸਕੀਏ। ਸੋ ਇਹਦਾ ਧਿਆਨ ਰੱਖਦੇ ਹੋਏ ਅਸੀਂ ਵੈਲਿਊਜ਼ ਨੇ ਜਿਹੜੀਆਂ ਉਹ ਸੋਚ ਸਮਝ ਕੇ ਲੈਣੀਆਂ ਹੁੰਦੀਆਂ ਨੇ। ਕਈ ਕੇਸਾਂ ਦੇ ਵਿੱਚ ਜਿਵੇਂ ਉੱਪਰ ਅਸੀਂ ਦੇਖਿਆ ਹਨਾ, ਇੱਥੇ ਅਸੀਂ ਕਦੇ x ਨੂੰ 0 ਭਰ ਲਿਆ, ਅਗਲੀ ਵਾਰੀ y ਨੂੰ 0 ਭਰ ਲਿਆ, ਤਾਂ ਸਾਡੇ ਕੋਲ 2 ਵੈਲਿਊਜ਼ ਆਰਾਮ ਨਾਲ ਆ ਗਈਆਂ ਸੀਗੀਆਂ। ਇਹ ਜ਼ਿਆਦਾਤਰ ਉਹਨਾਂ ਸਵਾਲਾਂ 'ਚ ਹੁੰਦਾ ਹੈਗਾ ਜਿਹਦੇ 'ਚ x ਤੇ y ਜਿਹੜੇ ਨੇ ਉਹ ਕੱਲੇ ਹੁੰਦੇ ਨੇ, ਉਹਨਾਂ ਦੇ ਨਾਲ ਕੁਝ ਨਹੀਂ ਲਿਖਿਆ ਹੁੰਦਾ। ਦੇਖੋ ਜਿਵੇਂ x ਵੀ ਇਕੱਲਾ ਹੀ, ਇਹਦੇ ਮੂਹਰੇ ਕੋਈ ਗਿਣਤੀ ਦਾ ਅੱਖਰ ਨਹੀਂ ਹੈਗਾ, ਇਹਦੇ ਮੂਹਰੇ ਵੀ ਕੋਈ ਨਹੀਂ, ਇਹਦੇ ਮੂਹਰੇ ਵੀ। ਜ਼ਿਆਦਾਤਰ ਉਹਨਾਂ ਸਵਾਲਾਂ ਦੇ ਵਿੱਚ ਇਹ ਵੈਲਿਊਜ਼ ਬੜੇ ਆਰਾਮ ਨਾਲ ਆ ਜਾਂਦੀਆਂ ਨੇ। ਪਰ ਜਿਵੇਂ ਕਿ ਹੁਣ ਇਹਦੇ 'ਚ ਹੈ x ਦੇ ਮੂਹਰੇ 5 ਹੈ, y ਦੇ ਮੂਹਰੇ 7 ਹੈ ਹਨਾ, ਤਾਂ ਇਸ ਤਰੀਕੇ ਦੇ ਸਵਾਲਾਂ ਦੇ ਵਿੱਚ ਸਾਨੂੰ ਕਈ ਵਾਰ ਵੈਲਿਊਜ਼ 0 ਤੋਂ ਇਲਾਵਾ ਵੀ ਲੈਣੀਆਂ ਪੈਂਦੀਆਂ ਨੇ। ਤਾਂ ਹੁਣ ਦੇਖੋ ਮੈਂ ਇੱਥੇ x ਦੀ ਵੈਲਿਊ 3 ਲੈ ਲਈ, ਤਾਂ ਜੇ 3 ਲਵਾਂਗੇ ਤਾਂ ਇਸ ਇਕੁਏਸ਼ਨ ਦੇ ਵਿੱਚ ਭਰਾਂਗੇ 5 × 15 15 + 7y = 50। ਇਹ 15 ਉਧਰ ਜਾ ਕੇ ਮਾਈਨਸ ਹੋ ਗਿਆ, 35 ਰਹਿ ਗਿਆ। ਤਾਂ y ਕਿੰਨਾ ਆ ਗਿਆ 35 ਨੂੰ 7 ਨਾਲ ਡਿਵਾਈਡ ਕੀਤਾ 5, ਤਾਂ ਸਾਡੀ ਵੈਲਿਊ ਕੀ ਆ ਗਈ ਦੇਖੋ ਟੇਬਲ ਦੇ ਵਿੱਚ ਕਿ ਜਦੋਂ ਅਸੀਂ x y ਨੂੰ 0 ਭਰਿਆ ਸੀਗਾ x ਕਿੰਨਾ ਆਇਆ ਸੀ 10, ਜਦੋਂ ਅਸੀਂ x ਨੂੰ 3 ਭਰਿਆ y ਕਿੰਨਾ ਆ ਗਿਆ 5। ਸੋ ਇਹ ਸਾਡਾ ਗ੍ਰਾਫ ਇੱਥੋਂ ਬਣੇਗਾ। ਦੂਸਰੀ ਇਕੁਏਸ਼ਨ ਹੈ ਇਹਦੀ 7x + 5y = 46। ਤਾਂ ਇੱਕ ਵੈਲਿਊ ਤਾਂ ਉਹੀ ਮੈਂ x ਨੂੰ 3 ਲੈ ਲਿਆ ਇੱਥੇ, ਤਾਂ ਇੱਥੇ 3 ਭਰਾਂਗੇ ਦੇਖੋ 7 21 ਆ ਜਾਣਗੇ ਪਲੱਸ 5y = 46। ਇਹ 21 ਇਧਰ ਜਾ ਕੇ ਮਾਈਨਸ ਹੋ ਜਾਏਗਾ, ਬਚੇਗਾ 25 ਤੇ y ਕਿੰਨਾ ਆ ਜਾਏਗਾ
25 ਨੂੰ 5 ਨਾਲ ਡਿਵਾਈਡ ਕਰਕੇ 5। दूसरी वैल्यू मैं x ਦੀ ਲੈ ਲਈ 2, ठीक है। ਤਾਂ ਇੱਥੇ दूसरी वैल्यू ਜਿਹੜੀ x ਦੀ 2 ਲੈ ਲਈ ਤੇ ਕਿੰਨਾ ਆ ਗਿਆ, ਇੱਥੇ ਭਰਿਆ 7x ਦੀ ਜਗ੍ਹਾ ਤੇ 2 ਭਰਿਆ ਤਾਂ 7 दूनी 14 हो गया, 7 2 14 आ गया। सो 5y इज इक्वल टू 46। ਇਹ ਜਿਹੜਾ 14 ਸੀਗਾ ਉਧਰ ਜਾ ਕੇ ਮਾਈਨਸ ਹੋ ਗਿਆ, 32 ਰਹਿ ਗਿਆ। 32 ਨੂੰ 5 ਨਾਲ ਡਿਵਾਈਡ ਕੀਤਾ 6.4 ਆ ਗਿਆ। ਤਾਂ ਇਹ ਹੁਣ ਡੈਸੀਮਲ ਦੇ ਵਿੱਚ ਤਾਂ ਆ ਗਈ, ਪਰ ਇਹਨੂੰ ਅਸੀਂ ਗ੍ਰਾਫ ਦੇ ਉੱਤੇ ਬੜੇ ਈਜ਼ੀਲੀ ਰਿਪਰੈਜ਼ੈਂਟ ਕਰ ਸਕਦੇ ਹਾਂ। ਸੋ ਸਾਡੇ ਕੋਲ ਦੋ ਟੇਬਲ ਆ ਗਏ ਜੀ। ਇੱਕ ਟੇਬਲ ਇਹ ਆ ਗਿਆ ਇਸ ਦਾ, ਇੱਕ ਟੇਬਲ ਇਹ ਆ ਗਿਆ। ਤਾਂ ਹੁਣ ਇਹਦਾ ਗ੍ਰਾਫ ਦੇਖਦੇ ਆਂਗੇ ਆਪਾਂ। ਸੋ ਇਹ ਇਸ ਇਕੁਏਸ਼ਨ, ਇਹਨਾਂ ਇਕੁਏਸ਼ਨਸ ਦਾ ਗ੍ਰਾਫ ਹੈ। ਪਹਿਲੀ ਸਾਡੀ ਜਿਹੜੀ ਇਕੁਏਸ਼ਨ ਸੀਗੀ, ਹੁਣ ਤੁਸੀਂ ਉਮੀਦ ਹੈ ਕਿ ਇਹਨੂੰ ਰਿਪਰੈਜ਼ੈਂਟ ਕਰ ਸਕੋਗੇ ਈਜ਼ੀਲੀ। ਤਾਂ ਸਾਡਾ ਕੀ ਸੀਗਾ, x 10 ਸੀਗਾ, y 0। ਤਾਂ ਇਹਦਾ ਮਤਲਬ ਇਹ x ਐਕਸਿਸ ਦੇ ਉੱਤੇ ਆਊਗੀ ਵੈਲਿਊ ਇਹ, ਕਿਉਂਕਿ y 0 ਹੈ। ਤਾਂ ਦੇਖੋ ਇਹ ਵੈਲਿਊ ਅਸੀਂ ਇੱਥੇ ਲਿਖਤੀ, x 10, y 0 ਹੈ। ਦੂਸਰੀ ਸਾਡੀ ਵੈਲਿਊ ਹੈ x 3 ਐਂਡ y 5। ਤਾਂ x 3 y 5, ਤਾਂ ਉਹਦੇ ਸਾਹਮਣੇ ਇਹ ਵਾਲਾ ਪੁਆਇੰਟ ਆਊਗਾ। ਸੋ ਹੁਣ ਇਹਨਾਂ ਦੋਨਾਂ ਨੂੰ ਅਸੀਂ ਦੇਖੋ ਮਿਲਾਇਆ, ਇਸ ਲਾਈਨ ਪੁਆਇੰਟ ਨੂੰ ਇਸ ਲਾਈਨ ਦੇ ਨਾਲ ਇੱਥੇ ਤੱਕ ਜੁਆਇਨ ਕਰਤਾ। ਤਾਂ ਇਹ ਕਿਹੜੀ ਇਕੁਏਸ਼ਨ ਦੀ ਲਾਈਨ ਹੈ, ਇਹ ਹੈ 5x + 7y = 50। ਦੂਸਰੀ ਸਾਡੀ ਜਿਹੜੀ ਇਕੁਏਸ਼ਨ ਹੈ ਉਸ ਦੇ ਵਿੱਚ ਵੈਲਿਊਜ਼ ਨੇ 3 ਐਂਡ 5, ਇੱਕ ਤਾਂ ਸੇਮ ਹੀ ਹੈ, ਦੂਸਰੀ ਹੈ 2 ਐਂਡ 6.4। ਤਾਂ ਇੱਕ ਤਾਂ ਸੇਮ ਹੀ ਹੈ, ਦੇਖੋ ਇਹ ਤਾਂ ਉੱਥੇ ਹੀ ਆਏਗਾ 3 ਤੇ 5 ਤਾਂ, ਪਰ ਜਿਹੜੀ 2 ਹੈ 2 ਦੇ ਸਾਹਮਣੇ ਅਸੀਂ ਲੈਣਾ 6.4। ਤੇ ਇਹਨੂੰ ਥੋੜਾ ਜਿਹਾ ਅਸੀਂ ਬਰੀਕੀ ਨਾਲ ਦੇਖੀਏ। ਦੇਖੋ 6 ਤਾਂ ਇੱਥੇ ਆ ਜਾਊਗਾ ਨਾ, ਤਾਂ 6.4 ਲੈਣਾ, ਤਾਂ 4 ਲਾਈਨਸ ਉੱਪਰ ਜਾਣਾ ਅਸੀਂ। ਦੇਖੋ 1 2 3 4, ਤਾਂ ਇਹ ਸਾਡਾ ਕੀ ਹੋਊਗਾ 6.4, ਕਿਉਂਕਿ 10 ਲਾਈਨਸ ਹੁੰਦੀਆਂ ਨੇ ਨਾ, ਠੀਕ। ਸੋ 6 ਤੋਂ 4 ਲਾਈਨਾਂ ਉੱਪਰ ਗਿਣਨੀਆਂ ਨੇ। ਦੇਖੋ 1 2 3 4, ਤਾਂ ਇਹ ਸਾਡਾ 6.4 ਹੈ, ਠੀਕ। ਤਾਂ ਹੁਣ ਇਹਨਾਂ ਦੋਨਾਂ ਪੁਆਇੰਟਸ ਨੂੰ ਅਸੀਂ ਜੁਆਇਨ ਕਰ ਦਾਂਗੇ। ਤਾਂ ਮੈਂ ਤੁਹਾਨੂੰ ਦੱਸਿਆ ਸੀ ਜਿਹੜੇ ਵੀ ਪੁਆਇੰਟ ਤੇ ਇਹ ਕੱਟਦੀਆਂ ਨੇ, ਜੋ ਵੀ ਇਹਨਾਂ ਦਾ ਕਾਮਨ ਪੁਆਇੰਟ ਹੁੰਦਾ ਉਹੀ ਕੀ ਹੁੰਦਾ ਹੈ, ਇਹਨਾਂ ਦਾ ਹੱਲ ਹੁੰਦਾ ਹੈ, ਸੋਲੂਸ਼ਨ ਹੁੰਦਾ ਹੈ। ਤਾਂ ਦੇਖੋ ਕਾਮਨ ਪੁਆਇੰਟ ਕੀ ਹੈ ਸਾਨੂੰ ਪਤਾ ਹੀ ਹੈ, x ਕਿੰਨਾ ਹੈ 3, y ਕਿੰਨਾ 5। ਤਾਂ x 3 ਹੈ, y 5 ਹੈ। ਤਾਂ ਇਹ ਕੀ ਨੇ, x ਤੇ y, ਇਹ ਵੈਲਿਊਜ਼ ਨੇਗੀਆਂ ਪੈਨ ਤੇ ਪੈਨਸਲ ਦੀਆਂ। ਤਾਂ ਅਸੀਂ ਇੱਥੇ ਉੱਪਰ ਦੇਖੋ, ਇੱਕ ਪੈਨਸਲ ਕਿੰਨੇ ਦੀ ਆ ਗਈ, x ਮੰਨਿਆ ਸੀ ਨਾ ਪੈਨਸਲ ਦੀ ਵੈਲਿਊ ਨੂੰ ਅਸੀਂ, 3 ਰੁਪੀਸ ਦੀ ਆ ਗਈ। ਤੇ ਇੱਕ ਪੈਨ ਕਿੰਨੇ ਦਾ ਆ ਗਿਆ, 5 ਰੁਪੀਸ ਦਾ ਆ ਗਿਆ। ਇਸ ਤੋਂ ਅੱਗੇ ਕੁਐਸਚਨ ਜਿਹੜਾ ਹੈ 6ਵਾਂ, 5ਵਾਂ ਆਪਾਂ ਬਾਅਦ ਚ ਕਰਦੇ ਹਾਂ। ਹਾਂਜੀ, ਉਹ ਹੈ ਡਰਾ ਦਾ ਗ੍ਰਾਫਸ ਆਫ ਇਕੁਏਸ਼ਨਸ x - y + 1 = 0 and 3x + 2y - 12 = 0. Determine the coordinates of the vertices of the triangle formed by these lines and x-axis and shade the triangular region. ਪੰਜਾਬੀ ਦੇ ਵਿੱਚ ਅਸੀਂ ਪੜਾਂਗੇ ਕਿ ਇਹ ਦੋ ਇਕੁਏਸ਼ਨਸ ਨੇ, ਇਹ ਵਾਲੀਆਂ ਦੋ ਇਕੁਏਸ਼ਨਸ ਨੇ। ਉਹ ਕਹਿੰਦੇ ਪਹਿਲਾਂ ਤਾਂ ਇਹਨਾਂ ਦਾ ਗ੍ਰਾਫ ਬਣਾਉਣਾ ਹੈ, ਫਿਰ ਇਹ ਲਾਈਨਾਂ ਕੱਟਦੀਆਂ ਨੇ x ਐਕਸਿਸ ਦੇ ਨਾਲ, x ਧੁਰੇ ਦੇ ਨਾਲ, ਤਾਂ ਇੱਕ ਟ੍ਰਾਇੰਗਲ ਬਣਾਉਂਦੀਆਂ ਨੇ, ਇੱਕ ਤ੍ਰਿਭੁਜ ਬਣਾਉਂਦੀਆਂ ਨੇ। ਉਸ ਤ੍ਰਿਭੁਜ ਦੇ ਜਿਹੜੇ ਸਿਖਰ ਨੇ, ਵਰਟਿਸਿਸ ਨੇ, ਉਹਨਾਂ ਦੇ ਕੋਆਰਡੀਨੇਟਸ ਯਾਨੀ ਕਿ ਨਿਰਦੇਸ਼ ਅੰਕ ਅਸੀਂ ਪਤਾ ਕਰਨੇ ਨੇ। ਤੇ ਜਿਹੜਾ ਉਹ ਤ੍ਰਿਭੁਜ ਦਾ ਏਰੀਆ ਹੋਊਗਾ, ਟ੍ਰਾਇੰਗਲ ਦਾ ਏਰੀਆ, ਉਹਨੂੰ ਅਸੀਂ ਸ਼ੇਡ ਵੀ ਕਰਨਾ ਹੈਗਾ। ਸੋ ਅਸੀਂ ਦੇਖਦੇ ਹਾਂ, ਪਹਿਲਾਂ ਤਾਂ ਵਾਰੀ-ਵਾਰੀ ਦੋ ਇਕੁਏਸ਼ਨਸ ਨੇ ਜਿਹੜੀਆਂ ਆਹ ਵਾਲੀਆਂ, ਇਹਨਾਂ ਨੂੰ ਸੋਲਵ ਕਰਦੇ ਹਾਂ। ਪਹਿਲੀ ਇਕੁਏਸ਼ਨ x - y + 1 = 0। ਹੁਣ ਤੁਹਾਨੂੰ ਦੱਸਿਆ ਸੀਗਾ ਕਿ ਇਹੋ ਜਿਹੀਆਂ ਇਕੁਏਸ਼ਨਸ ਦੇ ਵਿੱਚ ਜ਼ਿਆਦਾਤਰ ਅਸੀਂ ਕੀ ਕਰਦੇ ਹਾਂ, ਇੱਕ ਵਾਰੀ x 0 ਲੈਂਦੇ ਹਾਂ, ਇੱਕ ਵਾਰੀ y 0 ਲੈਂਦੇ ਹਾਂ, ਤੇ ਇਹ ਈਜ਼ੀਲੀ ਸੋਲਵ ਹੋ ਜਾਂਦੀਆਂ ਨੇ। ਹਾਂਜੀ, ਤਾਂ ਅਸੀਂ ਪਹਿਲਾਂ ਕੀ ਕੀਤਾ, ਦੇਖੋ x 0 ਲਿਆ, ਇੱਥੇ x 0 ਪੁੱਟ ਕਰਾਂਗੇ ਤਾਂ y ਦੀ ਵੈਲਿਊ ਕਿੰਨੀ ਆ ਜਾਏਗੀ, 1 ਆ ਜਾਏਗੀ। ਜਦੋਂ y ਨੂੰ 0 ਪੁੱਟ ਕਰਾਂਗੇ ਇੱਥੇ ਅਸੀਂ, ਤਾਂ x ਕਿੰਨਾ ਆ ਜਾਏਗਾ, -1 ਆ ਜਾਏਗਾ। ਤਾਂ ਆਹ ਸਾਡਾ ਟੇਬਲ ਬਣ ਗਿਆ ਕਿ x 0 ਹੈ ਤਾਂ y 1 ਹੈ,
ਜੇ ਜਦੋਂ y 0 ਹੈ ਤੇ x ਕਿੰਨਾ ਹੈਗਾ -1 ਹੈ। ਦੂਸਰੀ ਇਕੁਏਸ਼ਨ 3x + 2y - 12 = 0। ਹੁਣ ਇਸ ਇਕੁਏਸ਼ਨ ਨੂੰ ਵੀ ਅਸੀਂ ਉਵੇਂ ਹੀ ਸੋਲਵ ਕਰ ਸਕਦੇ ਹਾਂ। ਸੋ ਕੁਝ ਇਕੁਏਸ਼ਨਸ ਇਦਾਂ ਦੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਚਾਹੇ ਉਹਨਾਂ ਦੇ ਮੂਹਰੇ ਲਿਖਿਆ ਹੋਵੇ ਉਹ ਉਸ ਤਰ੍ਹਾਂ ਵੀ ਹੱਲ ਹੋ ਜਾਂਦੀਆਂ ਨੇ। ਕਿਵੇਂ ਹੋ ਜਾਂਦੀਆਂ ਨੇ? ਕਿਉਂਕਿ ਸਾਨੂੰ ਪਤਾ ਹੈ, ਦੇਖੋ ਜਿਹੜਾ ਆ 12 ਹੈ ਨਾ, ਇਹ 2 ਨਾਲ ਵੀ ਡਿਵਾਈਡ ਹੋ ਸਕਦਾ ਹੈ, ਇਹ 3 ਨਾਲ ਵੀ ਡਿਵਾਈਡ ਹੋ ਸਕਦਾ ਹੈ। ਇਸ ਕਰਕੇ ਅਸੀਂ ਇੱਥੇ 0 0 ਭਰ ਕੇ ਵੀ ਸੋਲਵ ਕਰ ਸਕਦੇ ਹਾਂ ਇਹਨਾਂ ਨੂੰ। ਪਰ ਉਹ ਪਹਿਲੀ ਜਿਹੜੀ ਇਕੁਏਸ਼ਨ ਸੀਗੀ ਜਿਹਦੇ 'ਚ 5 ਤੇ 7 ਸੀਗਾ ਹੈ ਨਾ, ਇੱਧਰਲੇ ਪਾਸੇ ਸੀ 50, ਤਾਂ ਸਾਨੂੰ ਪਤਾ ਵੀ ਉਹ ਜਿਹੜਾ 50 ਹੈ 5 ਨਾਲ ਤਾਂ ਡਿਵਾਈਡ ਹੋ ਸਕਦਾ ਪਰ 7 ਨਾਲ ਨਹੀਂ ਹੋ ਸਕਦਾ। ਤਾਂ ਹੁਣ ਇੱਥੇ ਸਾਡੇ ਕੋਲੇ 3 ਤੇ 2 ਦੋਨਾਂ ਨਾਲ ਜਿਹੜਾ 12 ਹੈ ਉਹ ਡਿਵਾਈਡ ਹੋ ਸਕਦਾ ਹੈ। ਤਾਂ ਅਸੀਂ ਇੱਥੇ ਉਵੇਂ ਕਰ ਸਕਦੇ ਹਾਂ, x ਨੂੰ ਵੀ 0 ਭਰ ਸਕਦੇ ਹਾਂ, y ਨੂੰ ਵੀ 0 ਭਰ ਸਕਦੇ ਹਾਂ। ਸੋ ਕਿਹਨਾਂ ਦੇ ਵਿੱਚ ਇਹ ਕਰਦੇ ਹਾਂ ਅਸੀਂ, ਜਿੱਥੇ ਜਾਂ ਤਾਂ x ਤੇ y ਦੇ ਮੂਹਰੇ ਕੁਝ ਵੀ ਨਾ ਹੋਵੇ, ਜਾਂ ਫਿਰ ਜਿਹੜਾ ਆਹ ਵਾਲਾ ਪਾਰਟ ਹੈ ਉਹ ਇਹਨਾਂ ਦੋਨਾਂ ਦੇ ਨਾਲ ਡਿਵਾਈਡ ਹੁੰਦਾ ਹੋਵੇ। ਤਾਂ ਹੁਣ ਦੇਖੋ ਮੈਂ x ਨੂੰ 0 ਭਰਿਆ, x 0 ਭਰਿਆ ਇੱਥੇ, ਇਹ 0 ਹੋ ਗਿਆ ਵਾਲਾ, ਇਹ ਰਹਿ ਗਿਆ 2y - 12 = 0। ਤਾਂ y ਕਿੰਨਾ ਆ ਗਿਆ 12/2 = 6। ਅਗਲੀ ਵਾਰੀ x ਨੂੰ ਅਸੀਂ y ਨੂੰ 0 ਭਰਾਂਗੇ ਤਾਂ ਆ 2y ਵਾਲਾ ਪਾਰਟ ਆ ਜਿਹੜਾ 0 ਹੋ ਜਾਊਗਾ, 3x - 12 = 0 ਰਹਿ ਜਾਊਗਾ। y ਨੂੰ 0 ਭਰਿਆ, 3x - 12 = 0, ਤਾਂ x ਕਿੰਨਾ ਆ ਗਿਆ 4। ਤਾਂ ਸਾਡਾ ਟੇਬਲ ਆ ਗਿਆ, x 0 ਹੈ ਤਾਂ y 6 ਹੈ, ਜੇ x 4 ਹੈ ਤਾਂ y 0 ਹੈ। ਤਾਂ ਇਹ ਦੋ ਸਾਡੇ ਕੋਲੇ ਟੇਬਲ ਆ ਗਏ। ਹੁਣ ਇਹਨਾਂ ਦਾ ਗ੍ਰਾਫ ਅਸੀਂ ਦੇਖਦੇ ਹਾਂ। ਇਹ ਹੈ ਉਹਨਾਂ ਦਾ ਗ੍ਰਾਫ। ਤਾਂ ਇਹ ਸਾਡੇ ਕੋਲੇ ਗ੍ਰਾਫ ਹੈ ਪੂਰਾ ਕੰਪਲੀਟ। ਹਾਂਜੀ, ਪਹਿਲੀ ਸਾਡੀ ਵੈਲਿਊ ਸੀਗੀ x 0 ਤੇ y 1। ਇਹਦਾ ਮਤਲਬ x 0 ਦਾ ਮਤਲਬ ਕੀ ਹੈ, y ਐਕਸਿਸ ਦੇ ਉੱਤੇ, y ਧੁਰੇ ਦੇ ਉੱਤੇ। ਤਾਂ ਆਹ ਦੇਖੋ y 1। ਦੂਸਰੀ ਸਾਡੀ ਵੈਲਿਊ ਸੀਗੀ x - 1 ਤੇ y 0, ਯਾਨੀ ਕਿ ਇਹ x ਐਕਸਿਸ ਦੇ ਉੱਤੇ ਆਊਗਾ। ਦੇਖੋ x - 1, ਇਹ ਦੋ ਪੁਆਇੰਟਸ ਨੇ, ਇਹਨਾਂ ਨੂੰ ਅਸੀਂ ਲਾਈਨ ਦੇ ਨਾਲ ਦੇਖੋ ਮਿਲਾਤਾ, ਆਹ ਵਾਲੀ ਲਾਈਨ ਦੇ ਨਾਲ ਇੱਥੇ ਤੱਕ ਇੱਥੇ ਮਿਲਾਤਾ। ਤੇ ਇਹ ਇਕੁਏਸ਼ਨ ਦਾ ਨਾਮ ਕੀ ਹੈ, x - y + 1 = 0, ਨਾਲ ਨਾਮ ਵੀ ਲਿਖਣਾ। ਫਿਰ ਜਿਹੜੀ ਦੂਸਰੀ ਇਕੁਏਸ਼ਨ ਹੈ ਉਸ ਨੂੰ ਅਸੀਂ ਹੁਣ ਦੇਖਦੇ ਹਾਂ। ਉਹ ਸੀਗੀ x 0 ਤੇ y 6 ਹੈ। ਤਾਂ y 6 ਦਾ ਮਤਲਬ ਹੈ y ਐਕਸਿਸ ਤੇ ਆਊਗਾ, ਕਿਉਂਕਿ x 0 ਹੈ ਤਾਂ ਦੇਖੋ y 6 ਸਾਡੇ ਕੋਲ ਆ ਗਿਆ। ਫਿਰ ਦੂਸਰਾ ਸਾਡੇ ਕੋਲ ਸੀਗਾ x 4 ਹੈ y 0 ਹੈ, ਤਾਂ ਇਹ x ਐਕਸਿਸ ਦੇ ਉੱਤੇ ਆਊਗਾ। ਦੇਖੋ x 4 y 0 ਹੈ। ਤਾਂ ਫਿਰ ਇਸ ਨੂੰ, ਇਹਨਾਂ ਦੋ ਪੁਆਇੰਟਸ ਨੂੰ ਵੀ ਅਸੀਂ ਇਸ ਤਰ੍ਹਾਂ ਲਾਈਨ ਦੇ ਨਾਲ ਜੁਆਇਨ ਕਰ ਦਾਂਗੇ, ਮਿਲਾ ਦਾਂਗੇ। ਦੇਖੋ ਤਾਂ ਹੁਣ ਇਸ ਇਕੁਏਸ਼ਨ ਦਾ ਨਾਮ ਕੀ ਸੀਗਾ, 3x + 2y - 12 = 0। ਤਾਂ ਹੁਣ ਦੋਨੋਂ ਲਾਈਨਸ ਜਿੱਥੇ ਕੱਟਦੀਆਂ ਨੇ ਤਾਂ ਕੀ ਬਣਦਾ ਹੈ, x ਐਕਸਿਸ ਦੇ ਨਾਲ ਇਹਦੇ ਨਾਲ ਟ੍ਰਾਇੰਗਲ ਬਣਦੀ ਆ ਵਾਲੀ, ਇਸ ਤਰ੍ਹਾਂ ਦੀ ਟ੍ਰਾਇੰਗਲ। ਤਾਂ ਉਹਨਾਂ ਨੇ ਕਿਹਾ ਸੀ ਉਸ ਟ੍ਰਾਇੰਗਲ ਦੇ ਜਿਹੜੇ ਵਰਟੈਕਸ ਨੇ, ਜਿਹੜੇ ਵਰਟਿਸਿਸ ਨੇ, ਸਿਖਰ ਨੇ, ਉਹਨਾਂ ਦੇ ਨਿਰਦੇਸ਼ਾਂਕ ਲਿਖਣੇ ਨੇ। ਇਹਦਾ ਤਾਂ ਸਾਨੂੰ ਪਤਾ ਹੀ ਹੈ, ਇਸ ਪੁਆਇੰਟ ਦਾ, ਇਹ ਟ੍ਰਾਇੰਗਲ ਦਾ ਇੱਕ ਵਰਟੈਕਸ ਹੈ। ਇਸ ਦੇ ਨਿਰਦੇਸ਼ਾਂਕ ਯਾਨੀ ਕਿ ਕੋਆਰਡੀਨੇਟ ਕੀ ਨੇ, -1 ਨਾਲ 0 ਕਿਉਂਕਿ ਇਹ x ਐਕਸਿਸ ਤੇ ਹੈ। ਇਸ ਦੇ ਕੀ ਨੇ, 4 ਨਾਲ 0 ਕਿਉਂਕਿ ਇਹ ਵੀ x ਐਕਸਿਸ ਤੇ ਹੈ। ਹੁਣ ਇਸ ਦੇ ਕੀ ਹੋਣਗੇ, ਇੱਥੇ ਦੇਖ ਲੈਂਦੇ ਹਾਂ। x ਕਿੰਨਾ ਹੈ, 2 ਹੈ, ਤੇ y ਕਿੰਨਾ ਹੈ, 3 ਹੈ। ਇਹਦੇ ਕੋਆਰਡੀਨੇਟ ਕੀ ਹੋ ਗਏ, ਨਿਰਦੇਸ਼ਾਂਕ ਕੀ ਹੋ ਗਏ, 2 ਤੇ 3। ਹੁਣ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਟ੍ਰਾਇੰਗਲ ਬਣਦੀ ਉਹਨੂੰ ਸ਼ੇਡ ਵੀ ਕਰੋ, ਤਾਂ ਆਪਾਂ ਸ਼ੇਡ ਵੀ ਕੀਤਾ ਹੋਇਆ ਇੱਥੇ। ਸੋ ਇਹ ਹੈ 6ਵੇਂ ਸਵਾਲ ਦਾ ਗ੍ਰਾਫ। ਹਾਂਜੀ, ਉਸ ਤੋਂ ਅਗਲਾ ਕੁਐਸਚਨ ਹੈ, ਇੱਕ ਆਇਤਾਕਾਰ ਬਾਗ ਜਿਸ ਦੀ ਲੰਬਾਈ ਚੌੜਾਈ ਤੋਂ 4 ਮੀਟਰ ਵੱਧ ਹੈ ਦਾ ਅਰਧ ਪਰਿਮਾਪ ਮਤਲਬ ਸਿਰਫ ਲੰਬਾਈ ਤੇ ਚੌੜਾਈ ਨੂੰ ਜੋੜਨਾ ਹੈ, ਇੱਕ ਵਾਰੀ ਜੋੜਨਾ ਹੈ। ਕਿਉਂਕਿ ਸਾਨੂੰ ਪਤਾ ਹੈ ਆਇਤ ਦੇ ਵਿੱਚ 2 ਲੰਬਾਈਆਂ ਤੇ 2 ਚੌੜਾਈਆਂ ਹੁੰਦੀਆਂ ਨੇਗੀਆਂ, ਆਮੋ ਸਾਹਮਣੇ ਹੈ ਨਾ। ਤਾਂ ਪਰਿਮਾਪ ਕੀ ਹੁੰਦਾ ਹੈ, 4 ਭੁਜਾਵਾਂ ਦਾ ਜੋੜ ਆਊਗਾ ਉੱਥੇ। ਪਰ ਉਹਨਾਂ ਨੇ ਅਰਧ ਪਰਿਮਾਪ ਕਿਹਾ ਹੈ ਤਾਂ ਅਸੀਂ ਸਿਰਫ 2 ਜੋੜਾਂਗੇ, ਲੰਬਾਈ ਤੇ ਚੌੜਾਈ। ਉਹ ਕਿੰਨਾ ਆਉਂਦਾ ਹੈ, 36 ਮੀਟਰ। ਤਾਂ ਬਾਗ ਦੀ ਲੰਬਾਈ ਤੇ ਚੌੜਾਈ ਪਤਾ ਕਰੋ। ਸੋ ਇੰਗਲਿਸ਼ ਦੇ ਵਿੱਚ ਵੀ ਸਟੇਟਮੈਂਟ ਸਾਡੇ ਕੋਲ ਹੈਗੀ ਹੈ, ਹਾਫ ਦਾ ਪੈਰੀਮੀਟਰ ਆਫ ਅ ਗਾਰਡਨ
rectangular garden whose length is 4 more than its breadth is 36 meters. Find the length and breadth. So ਸਭ ਤੋਂ ਪਹਿਲਾਂ ਅਸੀਂ ਸਪੋਜ਼ ਕਰਾਂਗੇ ਕਿ ਲੈਂਥ ਕਿੰਨੀ ਹੈ x ਮੀਟਰ ਤੇ ਬ੍ਰੈਡਥ ਕਿੰਨੀ ਹੈ y ਮੀਟਰ। ਇਹ ਮੀਟਰ ਹੈ ਨਾਲ ਉਹਦੇ, ਲੈਂਥ x ਮੀਟਰ ਤੇ y ਜਿਹੜੀ ਹੈ ਉਹ ਬ੍ਰੈਡਥ ਜਿਹੜੀ ਹੈ y ਮੀਟਰ। ਉਹਨਾਂ ਨੇ ਕੀ ਕਿਹਾ ਹੈਗਾ, अर्ध परिमाप यानी कि सैमी पैरीमीटर, हाफ ऑफ द पैरीमीटर। तो लेंथ प्लस ब्रैडथ कितना है 36। तो उन्होंने कहा कि जी लेंथ है वो ब्रैडथ नालों कितनी है 4 ज़्यादा है। तो दोनों का डिफरेंस कितना होगा, लेंथ तो ब्रैडथ का, लंबाई तो चौड़ाई का अंतर कितना होगा 4 होगा, 4 होगा। तो ये दो इक्वेशनस बन गई साढ़े को, एक्स प्लस वाई इज इक्वल टू 36 एंड एक्स माइनस वाई इज इक्वल टू 4। ये जी दूसरी इक्वेशन है तुसी पहले क्वेश्चन से सॉल्व भी कर चुके हो, ठीक। सो हम इन्होंने देखते हैं एक्स प्लस वाई 36 नूं, हाँ जी 36। हुण तुसी कहोगे कि भी तुसी तां कहिंदे सीगे भी जिथे एक्स ते वाई कल्ले कल्ले हुंदे ने असीं 0 0 कर लैंदे हुंदे आ, पहलां एक्स नूं 0 वाई नूं 0 कर आपां इत्थे भी सकदे हां, पर होगा कि जे मैं एक्स 0 भरूंगा तो वाई की वैल्यू कितनी आ जाऊगी 36। तो 36 सानूं ग्राफ के उत्ते बनाउणी पऊगी, तो बहुत बड़ा ग्राफ बनूगा, उधर साडा पेज भी नहीं होना कि 36 ਉਹਦੇ ਤੇ ਆ ਜਾਵੇ, है ना। ਤਾਂ ਇਸ ਕਰਕੇ ਸਾਨੂੰ ਥੋੜਾ ਜਿਹਾ ਦਿਮਾਗ ਤੋਂ ਕੰਮ ਲੈਣਾ ਪਊਗਾ ਇੱਥੇ ਮੌਕੇ ਦੇ ਹਿਸਾਬ ਨਾਲ। ਸੋ x ਨੂੰ ਮੈਂ 18 ਲੈ ਲਿਆ, ਇਹਦੇ ਨਾਲ ਮੇਰੀਆਂ ਵੈਲਿਊਜ਼ ਛੋਟੀਆਂ ਹੋ ਜਾਣਗੀਆਂ। x 18 ਲੈ ਲਿਆ, ਇੱਥੇ x ਨੂੰ 18 ਭਰਾਂਗੇ ਤਾਂ y ਕਿੰਨਾ ਆ ਜਾਊਗਾ, ਹਾਂਜੀ 36 ਚੋਂ 18 ਨੂੰ ਮਾਈਨਸ ਕਰਾਂਗੇ, ਇਹ ਵੀ 18 ਆ ਗਿਆ। ਤਾਂ ਹੁਣ ਦੇਖੋ ਵੈਲਿਊ ਛੋਟੀ ਆ ਗਈ। दूसरा मैं x की वैल्यू कितनी ले ली 16, ठीक है। तुसी y भी 16 ले सकते हो, कोई चक्कर नहीं है। सो x की वैल्यू जी है मैं 16 ले ली, तो 16 नूं 36 चों माइनस किया तो y कितना आ गया 36 माइनस 16 20। तो ये टेबल आ गया x ते y दी वैल्यूज 18 18 16 ते 20। दूसरी इक्वेशन तो तुसी पहला भी सॉल्व कर चुके हो, वही वैल्यूज ने सेम जिहड़ियां पहले सवाल च सीगियां, बिल्कुल उदां ही कीता हैगा आपां। सो ये वो वैल्यूज ने। हुण इहदा ग्राफ देखते हैं, बड़ा वधिया इहदा ग्राफ बनदा है। ये उहदा ग्राफ है। तो पहला जिहड़ा साडे कोले टेबल बनेगा वो है एक्स भी 18 है, वाई भी 18 है। तो इत्थे देखो एक ध्यान नाल चीज़ होर देखो, मैं इत्थे 2 का डिफरेंस लिया होया है, क्योंकि आपां ने 18 दिखाउणा है ना, तो जे एक का डिफरेंस लवांगे तो बहुत दूर चले जाऊगा। तो मैं 2 का डिफरेंस लिया, देखो सारे च जे एक दे विच स्केल 2 की लई है तो सारिਆਂ च 2 की स्केल लैनी है। देखो सारिਆਂ च 2 का फर्क पाना है। तो 2 4 6 8 10 12 14 16 18 20 22 तक ले लिया। इवें जिवें ये भी 2 4 6 8 10 12 14 16 18 20 22 तक तुसीं ले लो। 2 का डिफरेंस, थल्ले नूं भी 2 4 6 8 माइनस च, इधर नूं भी 2 4 माइनस च। माइनस दी वैल्यूज़ घट इस करके लईआं ने क्योंकि माइनस दे विच थोड़ियां वैल्यूज़ ने। तो हुण देखो पहली जिहड़ी वैल्यू है वो हैगी है 18 ते 18, एक्स भी 18 वाई भी 18। तो देखो एक्स 18 वाई भी 18, तो वाई 18 इत्थे पिया, आ वैल्यू होएगी 18 ते 18। दूसरी वैल्यू कितनी है 16 ते 20। तो आ एक्स 16 है, 16 ते 20, ये सामने 20 देखना है, देखो 20। तो आ वैल्यू है, तो इनू असी लाइन नाल मिला देंगे दोनों पॉइंट्स नू इस तरह। तो किहड़ी इक्वेशन सी एक्स प्लस वाई 36। दूसरी जिहड़ी है वो है साडे कोले ये 0 माइनस 4 4 ते 0। हुण देखो x 0 है, y माइनस 4 है, तो एक्स एक्सिस दे वाई एक्सिस दे उत्ते होएगा, देखो y माइनस 4। दूसरी वैल्यू है x 0 x 4 y 0, तो एक्स एक्सिस दे उत्ते होएगा, तो एक्स एक्सिस दे उत्ते x 4। तो इस लाइन नूं असीं मिलाता, ये लाइन अगे गई, इत्थे जाके दूसरी लाइन नूं कटदी है। तो हुण देखांगे भी ये कित्थे कटदी है जाके, ये कटदी है
ਜਿੱਥੇ x ਦੀ ਵੈਲਿਊ ਕਿੰਨੀ ਹੈ 20 ਤੇ y ਦੀ ਵੈਲਿਊ ਕਿੰਨੀ ਹੈ 16। ਤਾਂ ਫਿਰ ਸਾਡੇ ਕੋਲ ਵੈਲਿਊਜ਼ ਆ ਗਈਆਂ x 20 y 16। ਤਾਂ ਲੈਂਥ ਕਿੰਨੀ ਆ ਗਈ ਸਾਡੇ ਕੋਲੇ, ਲੰਬਾਈ ਨੂੰ ਅਸੀਂ x ਮੰਨਿਆ ਸੀਗਾ ਉਹ ਆ ਗਈ 20 ਮੀਟਰ ਤੇ ਬ੍ਰੈਡਥ ਜਿਹਨੂੰ ਚੌੜਾਈ ਨੂੰ ਅਸੀਂ y ਮੰਨਿਆ ਸੀ ਉਹ ਆ ਗਈ 16 ਮੀਟਰ।